ਵਪਾਰ ਮੰਡਲ ਪਠਾਨਕੋਟ ਦੇ ਸਾਰੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ। ਇਸ ਪ੍ਰੈਸ ਵਾਰਤਾ ਵਿੱਚ ਗੱਲਬਾਤ ਕਰਦੇ ਹੋਏ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਅਮਿਤ ਨਈਅਰ ਨੇ ਦੱਸਿਆ ਕਿ ਇਲਾਕੇ ਵਿੱਚ ਲੁੱਟ ਖੋਹ चोर बाजारी ਦੀਆਂ ਘਟਨਾਵਾਂ ਇੰਨੀਆਂ ਵੱਧ ਰਹੀਆਂ ਨੇ ਕਿ ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਦੇਖਣ ਨੂੰ ਮਿਲ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਵਿੱਚ ਸਭ ਤੋਂ ਵੱਡਾ ਨੁਕਸਾਨ ਵਪਾਰੀ ਭਰਾਵਾਂ ਦਾ ਹੋ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿੱਚ ਹੀ ਚੋਰਾਂ ਵੱਲੋਂ ਦੁਕਾਨਦਾਰਾਂ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਵਪਾਰੀ ਭਰਾ ਇਸ ਵੇਲੇ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਗਭਗ ਸਾਰੇ ਹੀ ਨੁਮਾਇੰਦੇ ਪਠਾਨਕੋਟ ਵਿੱਚ ਕਈ ਵਾਅਦੇ ਅਤੇ ਦਾਅਵੇ ਕਰ ਰਹੇ ਸਨ, ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸੇ ਵੀ ਨੁਮਾਇੰਦੇ ਨੇ ਅਜਿਹੀ ਵਾਰਦਾਤਾਂ ਉੱਤੇ ਕੋਈ ਵੀ ਟਿੱਪਣੀ ਨਹੀਂ ਦਿੱਤੀ। ਉਹਨਾਂ ਨੇ ਕਿਹਾ ਹੱਦ ਤੇ ਉਦੋਂ ਹੋ ਗਈ ਜਦੋਂ ਬੀਤੇ ਦਿਨੀ ਅਬਰੋਲ ਨਗਰ ਦੇ ਰਾਹੁਲ ਦੇ ਉੱਤੇ ਜਾਨਲੇਵਾ ਹਮਲਾ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਸ ਦੇ ਉੱਤੇ ਵੀ ਕਿਸੇ ਵੀ ਰਾਜਨੀਤਿਕ ਨੁਮਾਇੰਦੇ ਨੇ ਕੋਈ ਟਿੱਪਣੀ ਨਹੀਂ ਕੀਤੀ, ਜੋ ਕਿ ਅਫਸੋਸਜਨਕ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਪੁਲਿਸ ਪ੍ਰਸ਼ਾਸਨ ਸਖਤੀ ਦਿਖਾਉਂਦੇ ਹੋਏ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਲੋਕਾਂ ਉੱਤੇ ਨਕੇਲ ਕਸੇ। ਵਪਾਰ ਮੰਡਲ ਪਠਾਨਕੋਟ ਦੇ ਅੱਜ ਸਮੂਹ ਅਹੁਦੇਦਾਰ ਇੱਕ ਪ੍ਰੈਸ ਕਾਨਫਰੰਸ ਜਿਹੜੀ ਅਸੀਂ ਅੱਜ ਕਰਨ ਜਾ ਰਹੇ ਹਾਂ, ਔਰ ਜਿਹੜੀ ਪ੍ਰੈਸ ਕਾਨਫਰੰਸ ਹੈ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਦੇਖ ਰਹੇ ਹਾਂ ਕਿ ਪਠਾਨਕੋਟ ਦੇ ਵਿੱਚ ਜਿਹੜੀਆਂ ਲੁੱਟ ਖੋਹ ਚੋਰੀ ਦੀਆਂ ਵਾਰਦਾਤਾਂ ਜਿਹੜੀਆਂ ਬਹੁਤ ਜ਼ਿਆਦਾ ਹੋ ਰਹੀਆਂ ਨੇ, ਔਰ ਵਪਾਰੀਆਂ ਨੂੰ ਜਿਹੜਾ ਬੜਾ ਇਹਦਾ ਨਿਸ਼ਾਨਾ ਬਣਾਇਆ ਜਾ ਰਿਹਾ ਚੋਰਾਂ ਜਾਂ ਡਕੈਤਾਂ ਦੁਆਰਾ। 11 ਦੁਕਾਨਾਂ ਦੇ ਭਾਵੇਂ ਗੱਲ ਕਰੀਏ ਤਾਲੇ ਟੁੱਟਣੇ, ਸ਼ਰੇਆਮ ਡਕੈਤੀ ਹੋਣੀ ਮੇਨ ਬਾਜ਼ਾਰ ਦੇ ਵਿੱਚ। ਗਾਂਧੀ ਚੌਂਕ ਦੇ ਵਿੱਚ ਪਿਛਲੇ ਦਿਨੀ ਤੰਬਾਕੂ ਵਾਲੀ ਦੁਕਾਨ ਦੇ ਉੱਤੇ ਚੋਰੀ ਹੋਈ, ਅਜੇ ਤੱਕ ਉਹ ਵੀ ਚੋਰੀ ਟਰੇਸ ਨਹੀਂ ਹੋ ਪਾਈ। ਵਿਸ਼ਕਰਮਾ ਮਾਰਕੀਟ ਦੀ ਗੱਲ ਕਰੀਏ, ਉੱਥੇ 10 ਏਸੀਆਂ ਦੇ ਵੈਂਡਟ ਖੋਲ੍ਹ ਕੇ ਲੈ ਗਏ, ਉਹਨਾਂ ਦੇ ਕੰਪਰੈਸਰ ਖੋਲ੍ਹ ਕੇ ਲੈ ਗਏ ਜੀ। ਉਹਦੀ ਗੱਲ ਕਰੀਏ ਸਾਡੇ ਵਪਾਰੀ ਜਿਹੜੇ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਉਹਨਾਂ ਤੋਂ 3 ਲੱਖ ਰੁਪਏ ਦੀ ਲੁੱਟ ਕਰ ਲਈ ਗਈ। ਗੱਲ ਕਰੀਏ ਕੱਲ੍ਹ ਵੀ ਦੇਖੀਏ ਵਾਰਦਾਤ ਜਿਹੜੀ ਹੋਈਆਂ ਕਿ ਕਾਰ ਸਨੈਚਿੰਗ ਦੀ ਵਾਰਦਾਤ ਹੋਈ ਹੈ, ਸਕੂਟਰ ਦੀ ਸਨੈਚਿੰਗ ਦੀ ਵਾਰਦਾਤ ਹੋਈ ਹੈ। ਮਤਲਬ ਕਿ ਬਹੁਤ ਜਿਹੜਾ ਚਿੰਤਾ ਦਾ ਵਿਸ਼ੇ ਬਣਿਆ। ਔਰ ਲੋਹੜੀ ਵਾਲੇ ਦਿਨ ਕਤਲ ਹੋਣਾ, ਪਰਸੋਂ ਵੀ ਜਿਹੜਾ ਅਬਰੋਲ ਨਗਰ ਦੇ ਵਿੱਚ ਕਤਲ ਹੋਇਆ, ਬੜਾ ਦੁੱਖ ਦੀ ਗੱਲ ਹੈ। ਵਪਾਰ ਮੰਡਲ ਇਹਦੇ ਉੱਤੇ ਬੜਾ ਦੁੱਖ ਚਿੰਤਾ ਵਿਅਕਤ ਕਰਦਾ ਔਰ ਉਸ ਘਰ ਦੇ ਨਾਲ ਉਹਨਾਂ ਦੇ ਪਰਿਵਾਰਕ ਸਦੱਸਿਆਂ ਨਾਲ ਆਪਣਾ ਦੁੱਖ ਵੀ ਸਾਂਝਾ ਕਰਨਾ ਚਾਹੁੰਦਾ। ਔਰ ਅਸੀਂ ਇਸ ਬਾਬਤ ਪੁਲਿਸ ਪ੍ਰਸ਼ਾਸਨ ਨੂੰ ਵੀ ਬਹੁਤ ਜ਼ਿਆਦਾ ਇਹਦੇ ਬਾਰੇ ਅਸੀਂ ਮੀਟਿੰਗਾਂ ਵੀ ਕੀਤੀਆਂ ਡੀਐਸਪੀ ਸਾਹਿਬ ਦੇ ਨਾਲ, ਔਰ ਐਸਐਸਪੀ ਸਾਹਿਬ ਦੇ ਵੀ ਨੌਲੇਜ 'ਚ ਗੱਲ ਲਿਆਂਦੀ ਹੈ ਕਿ ਜਦੋਂ ਵਪਾਰੀ ਹੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝ ਪਾ ਰਿਹਾ, ਵਪਾਰੀ ਵਰਗ ਇਸ ਵੇਲੇ ਬਹੁਤ ਜ਼ਿਆਦਾ ਖੌਫ ਦੇ ਵਿੱਚ ਹੈ। ਅੱਗੇ ਸਾਡੇ ਕਾਰੋਬਾਰ ਵਪਾਰ ਜਿਹੜੇ ਆ ਉਹ ਦਵਸਤ ਹੋਏ ਦੇ ਨੇ ਕਰੋਨਾ ਦੀ ਵਜ੍ਹਾ ਦੇ ਨਾਲ, ਔਰ ਉਸ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਦੀਆਂ ਵਾਰਦਾਤਾਂ ਸ਼ਰੇਆਮ ਜਿਹੜੀਆਂ ਡਕੈਤੀਆਂ, ਲੁੱਟ ਖੋਹ ਔਰ ਮਰਡਰ ਵਰਗੇ ਜਿਹੜੇ ਕ੍ਰਾਈਮ ਨੇ, ਜਿਹੜੇ ਕਿ ਕਦੀ ਵੀ ਪਠਾਨਕੋਟ ਦੇ ਇਤਿਹਾਸ ਦੇ ਵਿੱਚ ਐਡੇ ਵੱਡੇ ਪੱਧਰ ਦੇ ਉੱਤੇ ਨਹੀਂ ਹੁੰਦੇ ਸੀ, ਅੱਜ ਜਿਹੜੇ ਆ ਉਹ ਸਾਨੂੰ ਦੇਖਣ ਨੂੰ ਮਿਲ ਰਹੇ ਆ। ਔਰ ਕੀ ਪ੍ਰਭਾਵ ਸਾਡੀ ਪੀੜ੍ਹੀ ਉੱਤੇ ਇਹਦਾ ਪੈ ਰਿਹਾ ਜਾਂ ਸਾਡੀ ਨੌਜਵਾਨ ਪੀੜ੍ਹੀ ਉੱਤੇ ਪੈ ਰਿਹਾ, ਇਹ ਵੀ ਬੜੀ ਦੁੱਖ ਦੀ ਗੱਲ ਹੈ। ਔਰ ਇਸ ਗੱਲ ਨੂੰ ਮੈਂ ਬੜੇ ਦੁਖੀ ਦਿਨ ਇਹ ਵੀ ਗੱਲ ਕਹਿਣਾ ਚਾਹਾਂਗਾ ਕਿ ਪਿਛਲੇ ਦਿਨੀ ਅਸੀਂ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਦੇਖਿਆ ਕਿ ਸਾਡੇ ਹੀ ਸ਼ਹਿਰ ਦੇ ਜਿਹੜੇ ਨੁਮਾਇੰਦੇ ਨੇ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਔਰ ਸਟੇਜਾਂ ਦੇ ਉੱਤੇ ਬੜੇ ਦਾਅਵੇ ਕੀਤੇ ਗਏ ਕਿ ਪਠਾਨਕੋਟ ਨੂੰ ਅਸੀਂ ਟੂਰਿਜ਼ਮ ਹੱਬ ਬਣਾਵਾਂਗੇ, ਪਠਾਨਕੋਟ ਇੰਡਸਟਰੀ ਲਿਆਂਦੀ ਜਾਏਗੀ, ਪਠਾਨਕੋਟ ਦੇ ਕਾਰੋਬਾਰ ਬਾਰੇ ਸੋਚਾਂਗੇ। ਕਿਆ ਕੋਈ ਵੀ ਨੁਮਾਇੰਦਾ ਸਾਡੇ ਸ਼ਹਿਰ ਦੇ ਵਿੱਚ ਇਸ ਵੇਲੇ ਮੌਜੂਦ ਨਹੀਂ? ਕਿਆ ਉਹਨਾਂ ਨੂੰ ਨਹੀਂ ਮਹਿਸੂਸ ਹੋਇਆ ਕਿ ਇਸ ਜਿਹੜੀਆਂ ਘਟਨਾਵਾਂ ਦੇ ਉੱਤੇ ਆਪਣਾ 2 ਸ਼ਬਦ ਕਹੇ ਜਾਣ, ਆਪਣਾ ਦੁੱਖ ਵਿਅਕਤ ਕੀਤਾ ਜਾਏ ਕਿ ਸ਼ਹਿਰ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹ ਪੂਰੀ ਤਰ੍ਹਾਂ ਦਵਸਤ ਹੋ ਚੁੱਕਿਆ। ਇਹਦੇ ਬਾਰੇ ਸਾਡਾ ਉਹਨਾਂ ਅੱਗੇ ਵੀ ਮੰਗ ਹੈ ਕਿ ਅਗਰ ਤੁਸੀਂ ਸਾਡੇ ਸ਼ਹਿਰ ਦੀ ਹੋਰ 2 ਦਿਨਾਂ ਨੂੰ ਸਾਨੂੰ ਸਰਕਾਰ ਵੀ ਮਿਲਣ ਜਾ ਰਹੀ ਹੈ, ਸਾਨੂੰ ਨਵੇਂ ਨੁਮਾਇੰਦਗੀ ਲਈ ਐਮਐਲਏ ਵੀ ਮਿਲਣ ਜਾ ਰਹੇ ਆ, ਕਿਆ ਅਸੀਂ ਉਹਨਾਂ ਤੋਂ ਆਉਣ ਵਾਲੇ ਸਮੇਂ 'ਚ ਵੀ ਉਮੀਦ ਲਗਾ ਸਕਦੇ ਹਾਂ, ਆਸ ਕਰ ਸਕਦੇ ਹਾਂ ਕਿ ਉਹ ਸਾਡੀ ਸੁਰੱਖਿਆ ਦੇ ਲਈ ਵੀ ਉਨੇ ਹੀ ਪੁਖਤਾ ਇੰਤਜ਼ਾਮ ਕਰ ਪਾਉਣਗੇ? ਕਿਆ ਸਾਡੇ ਵਪਾਰ ਦੇ ਲਈ ਜਾਂ ਸਾਡੇ ਸ਼ਹਿਰ ਦੇ ਵਿਕਾਸ ਦੇ ਲਈ ਬੜੇ ਦਾਅਵੇ ਕਰਨ ਵਾਲੇ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਕਿਆ ਸਾਨੂੰ ਸੁਰੱਖਿਆ ਵੀ ਦੇ ਸਕਦੇ ਨੇ? ਕਿਆ ਉਹ ਐਡਮਿਨਿਸਟ੍ਰੇਸ਼ਨ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਨੇ? ਮੇਰੀ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਜ਼ਰੂਰ ਇਸ ਗੱਲ ਦੇ ਉੱਤੇ ਜਿਹੜਾ ਆਪਣਾ ਧਿਆਨ ਲਿਆਇਆ ਜਾਏ। ਔਰ ਫਿਰ ਇੱਕ ਵਾਰੀ ਸਮੂਹ ਵਪਾਰ ਮੰਡਲ, ਸਮੂਹ ਵਪਾਰੀ ਔਰ ਪੂਰੇ ਪਠਾਨਕੋਟ ਦੀ ਜਨਤਾ ਵੱਲੋਂ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਬਹੁਤ ਜ਼ਿਆਦਾ ਸਖਤੀ ਕੀਤੀ ਜਾਏ ਇਨ ਸ਼ਰਾਰਤੀ ਅਨਸਰਾਂ ਦੇ ਖਿਲਾਫ ਜਿਹੜੇ ਕਿ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੰਦੇ ਆ। ਅਗਰ ਤੁਹਾਡੇ ਕਾਬੂ ਆਉਂਦੇ ਨੇ ਔਰ ਇਹਨਾਂ ਦੇ ਉੱਤੇ ਕੜੀ ਤੋਂ ਕੜੀ ਜਿਹੜਾ ਇਹਨਾਂ 'ਤੇ ਸਖਤੀ ਕੀਤੀ ਜਾਏ, ਉਹਨਾਂ ਨੂੰ ਸਜ਼ਾ ਦਿੱਤੀ ਜਾਏ, ਸਲਾਖਾਂ ਦੇ ਪਿੱਛੇ ਇਹਨਾਂ ਨੂੰ ਬੰਦ ਕੀਤਾ ਜਾਏ, ਤਾਂ ਕਿ ਆਉਣ ਵਾਲਾ ਜਿਹੜਾ ਸਮੇਂ ਹੈ ਸਾਡੇ ਲੋਕਾਂ ਲਈ, ਸਾਡੇ ਵਪਾਰੀਆਂ ਲਈ, ਸਾਡੇ ਸ਼ਹਿਰ ਦੇ ਲੋਕਾਂ ਲਈ ਜਿਹੜਾ ਅਸੀਂ ਸੁਰੱਖਿਅਤ ਮਹਿਸੂਸ ਕਰ ਸਕੀਏ। ਔਰ ਜਿੱਦਾਂ ਪਹਿਲੇ ਅਸੀਂ ਆਪਣੇ ਸ਼ਹਿਰ ਦੇ ਵਿੱਚ ਸੁਰੱਖਿਅਤ ਜੀਵਨ ਜੀ ਰਹੇ ਸੀ, ਉੱਦਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਸ ਕਰਨੇ ਹਾਂ ਕਿ ਸਾਡਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸਾਡੀ ਗੁਹਾਰ ਨੂੰ ਸੁਣੇਗਾ ਔਰ ਬਹੁਤ ਜਲਦ ਦੇ ਉੱਤੇ ਜਿਹੜਾ ਅਮਲ ਕੀਤਾ ਜਾਏਗਾ। ਜੈ ਹਿੰਦ, ਜੈ ਭਾਰਤ। ਵਪਾਰ ਮੰਡਲ ਪਠਾਨਕੋਟ ਨੇ ਜਿਹੜੀ ਅੱਜ
ਅੱਜ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਆ ਅਮਿਤ ਨਈਅਰ ਦੀ ਅਧਿਕਸ਼ਤਾ ਦੇ ਵਿੱਚ, ਇਹਦੇ ਵਿੱਚ ਅਸੀਂ ਸਾਰੇ ਹੀ ਸਮੂਹ ਵਪਾਰੀ, ਸਾਰੇ ਹੀ ਸਮੂਹ ਵਪਾਰ ਮੰਡਲ ਦੇ ਅਹੁਦੇਦਾਰ ਇਹ ਬਹੁਤ ਚਿੰਤਾ ਵਿਅਕਤ ਕਰਨੇ ਆ ਕਿ ਪਿਛਲੇ ਦਿਨੀ ਜਿਹੜੀਆਂ 6 ਮਹੀਨੇ ਲਗਾਤਾਰ ਹੋ ਗਏ ਆ, ਚਲੋ ਇਲੈਕਸ਼ਨ ਦਾ ਟਾਈਮ ਸੀ, ਇਹਦੇ ਵਿੱਚ ਕਾਫੀ ਵਾਰਦਾਤਾਂ ਹੋ ਗਈਆਂ, ਚਾਹੇ ਚੋਰੀ ਦੀਆਂ ਵਾਰਦਾਤਾਂ, ਚਾਹੇ ਸਨੈਚਿੰਗ ਦੀਆਂ ਵਾਰਦਾਤਾਂ, ਚਾਹੇ ਕਿਸੇ ਵਪਾਰੀ ਦੀ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਲੈਣਾ। ਇਹ ਜਿਹੜੇ 5-6 ਮਹੀਨੇ ਦੇ ਵਿੱਚ ਕਾਫੀ ਵੱਡਾ ਜਿਹੜਾ ਪਠਾਨਕੋਟ ਦੇ ਇਤਿਹਾਸ ਦੇ ਵਿੱਚ ਕਦੀ ਨਹੀਂ ਹੋਇਆ। ਮੈਂ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨਾ ਕਿ ਜਿਹੜੀ ਇਹ 2-4-5 ਮਹੀਨਿਆਂ ਦੇ ਵਿੱਚ ਜਿਹੜੀ ਐਡੀ ਵੱਡੀਆਂ ਵਾਰਦਾਤਾਂ ਹੋਈਆਂ, ਹੁਣ ਪਿੱਛੇ ਜੀ ਆਪਣਾ ਕਤਲ ਦੀ ਵਾਰਦਾਤ 2-4-5 ਮਹੀਨੇ ਪਹਿਲਾਂ ਹੋਈ ਆ, ਇਹ ਬਹੁਤ ਹੀ ਚਿੰਤਾ ਵਿਅਕਤ, ਔਰ ਉਹਦੇ ਵਿੱਚ ਸਾਰੇ ਹੀ ਸਮੂਹ ਵਪਾਰੀ ਔਰ ਸਾਰੇ ਹੀ ਜਿਹੜੇ ਜਨਤਾ, ਪਠਾਨਕੋਟ ਦੀ ਜਨਤਾ ਇੱਕ ਭੇ ਦੇ ਮਾਹੌਲ ਦੇ ਵਿੱਚ ਰਹਿ ਰਹੀ ਹੈ ਕਿ ਕਿਆ ਅਸੀਂ ਸੁਰੱਖਿਅਤ ਹੈਗੇ ਆ, ਕਿਆ ਅਸੀਂ ਆਪਣੀ ਦੁਕਾਨਾਂ ਜਦੋਂ ਤਾਲੇ ਮਾਰ ਕੇ ਦੁਕਾਨਾਂ ਤੋਂ ਘਰ ਜਾਂਦੇ ਹਾਂ, ਕਿਆ ਸਾਡੀ ਦੁਕਾਨ ਸੁਰੱਖਿਅਤ ਹੈ ਜਿਹਦੇ 'ਚ ਕਰੋੜਾਂ ਰੁਪਏ ਦਾ, ਅਰਬਾਂ ਰੁਪਏ ਦਾ ਮਾਲ ਪਿਆ ਲੋਕਾਂ ਦੇ ਵਿੱਚ। ਔਰ ਪਿਛਲੇ ਦਿਨੀ ਸਾਡੇ ਨਾਲ ਹੀ ਮੇਨ ਬਾਜ਼ਾਰ ਦੇ ਵਿੱਚ 2 ਦੁਕਾਨਾਂ ਦੇ ਅੰਦਰੋਂ ਹਾਰਾਂ ਦੀਆਂ ਜਿਹੜੇ ਹਾਰਾਂ ਵੇਚਣ ਵਾਲੇ ਆ ਉਹਨਾਂ ਦੇ ਹਾਰ ਕੱਢ ਕੇ ਲੈ ਗਏ, ਔਰ ਅਜੇ ਤੱਕ ਪੁਲਿਸ ਪ੍ਰਸ਼ਾਸਨ ਨੇ ਕੋਈ ਟਰੇਸ ਨਹੀਂ ਹੋਇਆ, ਨਾ ਕੋਈ ਬੰਦਾ ਫੜਿਆ ਗਿਆ। ਮੇਰੀ ਪੁਲਿਸ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਆ ਕਿ ਜਲਦ ਤੋਂ ਜਲਦ ਇਹ ਜਿਹੜੀਆਂ ਟਰੇਸ ਕਰਕੇ, ਇਹਨਾਂ ਨੂੰ ਚੋਰੀਆਂ ਟਰੇਸ ਕਰਕੇ ਉਹਨਾਂ ਨੂੰ ਫੜਿਆ ਜਾਏ। ਔਰ ਜਿਸ ਹਿਸਾਬ ਨਾਲ ਪ੍ਰਸ਼ਾਸਨ ਨੇ ਸਾਨੂੰ ਹੁਕਮ ਵੀ ਕੀਤਾ, ਇੱਕ ਅਪੀਲ ਕੀਤੀ ਕਿ ਤੁਸੀਂ ਕੈਮਰੇ ਲਗਾਓ ਬਾਜ਼ਾਰਾਂ ਦੇ ਵਿੱਚ, ਅਸੀਂ ਕੈਮਰੇ ਵੀ ਹੋਏ ਮੁਹਾ ਕਰਾਏ, ਚੌਂਕੀਦਾਰ ਵੀ ਰੱਖੇ, ਪਰ ਹਾਲਾਤ ਉੱਦਾਂ ਤੋਂ ਬੱਤਰ ਹੋਈ ਜਾਂਦੇ ਆ। ਮੈਂ ਇੱਕ ਵਾਰੀ ਫੇਰ ਪੁਲਿਸ ਪ੍ਰਸ਼ਾਸਨ ਅੱਗੇ, ਐਸਐਸਪੀ ਮਾਨਯੋਗ ਐਸਐਸਪੀ ਸਾਹਿਬ ਅੱਗੇ ਬੇਨਤੀ ਕਰਨਾ ਕਿ ਇਹਦੀ ਜਾਂ ਤੇ ਸੁਰੱਖਿਆ ਦਾ ਮੁਖਤਾ ਪ੍ਰਬੰਧ ਕੀਤਾ ਜਾਏ, ਔਰ ਉਹਦੀ ਜਿਹੜੀ ਨਫਰੀ ਉਹਦੀ ਪੁਲਿਸ ਦੀ ਵਧਾਈ ਜਾਏ, ਔਰ ਚੌਂਕਾਂ ਦੇ ਵਿੱਚ ਪੁਲਿਸ ਦਾ ਜਿਹੜਾ ਨਾਕਾ ਰਾਤੀ ਜ਼ਰੂਰ ਲਾਇਆ ਜਾਏ ਤਾਂ ਕਿ ਜਿਹੜੀਆਂ ਵਾਰਦਾਤਾਂ ਹੋਈਆਂ ਨੂੰ ਰੋਕਿਆ ਜਾ ਸਕੇ। ਜੈ ਹਿੰਦ, ਜੈ ਭਾਰਤ। ਵਪਾਰ ਮੰਡਲ ਪਠਾਨਕੋਟ ਦੇ ਅਧਿਕਸ਼ ਅਮਿਤ ਨਈਅਰ ਦੀ ਅਧਿਕਸ਼ਤਾ ਦੇ ਅੰਦਰ ਜਿਹੜੀ ਹੈ ਪ੍ਰੈਸ ਕਾਨਫਰੰਸ ਹੋ ਰਹੀ ਹੈ। ਜਿਸ ਤਰ੍ਹਾਂ ਕਿ ਇਹਨਾਂ ਨੇ ਹੁਣੇ ਦੱਸਿਆ ਕਿ ਜਿਹੜੀਆਂ ਪਠਾਨਕੋਟ ਦੇ ਵਿੱਚ ਵਾਰਦਾਤਾਂ ਹੋਈਆਂ ਨੇ, ਈਵਨ ਦੈਨ ਕਿ ਅਸੀਂ ਜਿੱਥੇ ਬੈਠੇ ਹਾਂ ਦੇ ਪਿਛਲੇ ਪਾਸੇ 11 ਦੁਕਾਨਾਂ ਦੀ ਅਜੇ ਤੱਕ ਚੋਰੀ ਟਰੇਸ ਨਹੀਂ ਹੋਈ। ਉਸ ਤੋਂ ਬਾਅਦ ਵੀ ਕਾਫੀ ਜਿਹੜੇ ਹੌਸਲੇ ਲੋਕਾਂ ਦੇ ਬੁਲੰਦ ਹੋ ਗਏ, ਕਿਸੇ ਦੀ ਚੈਨ ਸਕ੍ਰੈਚਿੰਗ, ਕਿਸੇ ਦੀ ਸਕੂਟਰੀ ਦੇ ਵਿੱਚੋਂ ਪੈਸੇ ਕੱਢਣੇ ਜਾਂ ਤਾਲੇ ਤੋੜ ਕੇ ਲੈ ਜਾਣਾ। ਔਰ ਜਿਹੜੀ ਇਹ ਘਟਨਾ ਹੁਣ ਹੋਈ ਆ ਕਿ ਪਿੱਛੇ ਜਿਹੜਾ 3 ਲੱਖ ਇੱਕ ਵਪਾਰੀ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੈ ਗਿਆ। ਔਰ ਮੈਂ ਇਹ ਸਮਝਦਾ ਕਿ ਪਠਾਨਕੋਟ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਨੂੰ ਅਪੀਲ ਕਰਦਾ ਕਿ ਉਹਨਾਂ ਦੀ ਕਾਬਲੀਅਤ 'ਤੇ ਕੋਈ ਸ਼ੱਕ ਨਹੀਂ ਹੈ, ਲੇਕਿਨ ਪਠਾਨਕੋਟ ਵਪਾਰੀ ਔਰ ਵਪਾਰ ਮੰਡਲ ਦੇ ਸਾਰੇ ਸਦੱਸੇ ਇਸ ਗੱਲ 'ਤੇ ਅੱਜ ਦੁੱਖ ਚਿੰਤਤ ਕਰਦੇ ਨੇ ਕਿ ਪਠਾਨਕੋਟ ਦੀ ਜਿਹੜੀ ਜਨਤਾ ਅੱਜ ਸੇਫ ਨਹੀਂ ਲੱਗ ਰਹੀ। ਔਰ ਮੈਂ ਨਿਖੇਧੀ ਕਰਦਾ ਕਿ ਜਿਹੜਾ ਅਬਰੋਲ ਨਗਰ ਦੇ ਵਿੱਚ ਇੱਕ ਬੇਰਹਿਮੀ ਨਾਲ ਕਤਲ ਕੀਤਾ ਗਿਆ, ਉਹਦੇ ਵਿੱਚ ਸਾਰੇ ਪਠਾਨਕੋਟ ਦੇ ਪਰਿਵਾਰਾਂ ਦੇ ਵਿੱਚ ਔਰ ਲੋਕਾਂ ਦੇ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਆ। ਔਰ ਮੈਂ ਇਹ ਸਮਝਦਾ ਕਿ ਐਸਐਸਪੀ ਸਾਹਿਬ ਆਪਣੀ ਇਸ ਕਾਰਗੁਜ਼ਾਰੀ ਨੂੰ ਕਰਦੇ ਹੋਏ ਇਹਦੀ ਜਿਹੜੀ ਆ ਉਹ ਪੂਰੀ ਤਰ੍ਹਾਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਪੂਰੀ ਸਜ਼ਾ ਦੇਣੀ ਚਾਹੀਦੀ ਕਿ ਐਸਾ ਕ੍ਰਾਈਮ ਪਠਾਨਕੋਟ ਦੇ ਵਿੱਚ ਮੁੜ ਕੇ ਕੋਈ ਕਰ ਨਾ ਸਕੇ। ਔਰ ਮੈਂ ਉਮੀਦ ਕਰਦਾ ਕਿ ਅੱਜ ਜਿਹੜੀ ਇਸ ਪ੍ਰੈਸ ਕਾਨਫਰੰਸ ਦੇ ਥਰੂ ਜਿਹੜਾ ਸਾਡੇ ਅਮਿਤ ਨਈਅਰ ਜੀ ਨੇ ਸਾਡੇ ਵਿਧਾਇਕਾਂ ਦੇ ਉੱਤੇ ਜਾਂ ਜਿੰਨੇ ਵੀ ਸਾਡੇ ਇਲੈਕਸ਼ਨ ਲੜ ਰਹੇ ਨੇ, ਉਹਨਾਂ ਨੇ ਇਹਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਕੀਤੀ। ਔਰ ਮੈਂ ਸਮਝਦਾ ਕਿ ਸਾਡੀ ਜਿਹੜੀ ਆ ਉਹ ਵਾਗਡੋਰ ਉਹਨਾਂ ਦੇ ਹੱਥ ਦੇ ਵਿੱਚ ਆਉਣੀ ਆ, ਔਰ ਇਸ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਆਪਣਾ ਕੋਈ ਨਾ ਕੋਈ ਯੋਗਦਾਨ ਜ਼ਰੂਰ ਦੇਣ, ਔਰ ਤਾਂ ਕਿ ਪਠਾਨਕੋਟ ਦੇ ਵਪਾਰੀ ਔਰ ਪਠਾਨਕੋਟ ਦੀ ਜਨਤਾ ਜਿਹੜੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰੇ। ਔਰ ਮਾਨਯੋਗ ਐਸਐਸਪੀ ਸਾਹਿਬ ਨੂੰ ਮੈਂ ਬੇਨਤੀ ਕਰਾਂਗਾ ਕਿ ਇਸ ਪਠਾਨਕੋਟ ਇੱਕ ਪੀਸਫੁਲ ਏਰੀਆ ਹੈ, ਔਰ ਇਹਨੂੰ ਸ਼ਾਂਤੀ ਦੇ ਲਈ ਹਰ ਵਪਾਰੀ ਵੀ ਔਰ ਹਰ ਸ਼ਹਿਰਦਾਰ ਵੀ ਯੋਗਦਾਨ ਦਿੰਦਾ ਹੈ, ਅਤੇ ਇਹਦੀ ਜਿਹੜੀ ਆ ਉਹ ਜ਼ਰੂਰ ਇਸ ਨੂੰ ਕੋਸ਼ਿਸ਼ ਕਰਕੇ ਮਹਿਫੂਜ਼ ਕੀਤਾ ਜਾਵੇ ਕਿ ਪਠਾਨਕੋਟ ਜਿਹੜਾ ਕਿ ਵਪਾਰੀ ਔਰ ਸਾਰਾ ਜਿਹੜਾ ਸੁਰੱਖਿਅਤ। ਜੈ ਹਿੰਦ, ਜੈ ਭਾਰਤ।